ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੀਡੀਓ 'ਚ ਗੱਲ ਕਰਾਂਗੇ ਜਾਲੀ ਡਾਕੂਮੈਂਟ ਬਾਰੇ। ਜੇ ਕੋਈ ਵਿਅਕਤੀ ਕੋਈ ਜਾਲੀ ਡਾਕੂਮੈਂਟ ਬਣਾਉਂਦਾ ਹੈ, ਇਲੈਕਟ੍ਰੋਨਿਕ ਰਿਕਾਰਡ ਵੀ ਹੋ ਸਕਦਾ ਹੈ, ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਝੂਠਾ ਕਲੇਮ ਲੈਣ ਵਾਸਤੇ ਕੋਈ ਫਰਾਡ ਕਰਦਾ ਹੈ, ਜਿਵੇਂ ਕੋਈ ਨਕਲੀ ਰਜਿਸਟਰੀ ਤਿਆਰ ਕਰ ਲੈਂਦਾ ਹੈ, ਨਕਲੀ ਬਿੱਲ ਤਿਆਰ ਕਰ ਲੈਂਦਾ ਹੈ, ਕੋਈ ਆਧਾਰ ਕਾਰਡ ਦੇ ਵਿੱਚ ਫੇਰ ਬਦਲ ਕਰ ਲੈਂਦਾ ਹੈ, ਕੋਈ ਨਕਲੀ ਸਰਟੀਫਿਕੇਟ ਬਣਵਾ ਲੈਂਦਾ ਹੈ, ਇਸ ਨੂੰ ਅਸੀਂ ਫੋਰਜਰੀ ਕਰਾਂਗੇ। IPC ਦੀ ਧਾਰਾ 463 'ਚ ਜਾਲਸਾਜ਼ੀ ਯਾਨੀ ਫੋਰਜਰੀ ਦੇ ਅਪਰਾਧ ਦੀ ਡੈਫੀਨੇਸ਼ਨ ਦਿੱਤੀ ਗਈ ਹੈ। IPC ਦੀ ਧਾਰਾ 463 ਦੇ ਤਹਿਤ ਇਸ ਨੂੰ ਫੋਰਜਰੀ ਕਿਹਾ ਜਾਂਦਾ ਹੈ। ਜਦੋਂ ਕੋਈ ਵਿਅਕਤੀ ਝੂਠਾ ਡਾਕੂਮੈਂਟ ਬਣਾਉਂਦਾ ਹੈ ਜਾਂ ਝੂਠੇ ਡਾਕੂਮੈਂਟ ਦਾ ਕੋਈ ਭਾਗ ਬਣਾਉਂਦਾ ਹੈ ਤਾਂ ਕਿ ਕਿਸੇ ਦਾ ਨੁਕਸਾਨ ਕਰ ਸਕੇ, ਫਰਾਡ ਕਰਨ ਵਾਸਤੇ, ਧੋਖਾ ਦੇਣ ਵਾਸਤੇ, ਕਲੇਮ ਲੈਣ ਵਾਸਤੇ, ਤਾਂ ਇਸ ਨੂੰ ਫੋਰਜਰੀ ਕਿਹਾ ਜਾਏਗਾ। ਮੰਨ ਲਓ ਕੋਈ ਵਿਅਕਤੀ ਕਿਸੇ ਮਕਾਨ ਦਾ ਮਾਲਕ ਨਹੀਂ ਹੈਗਾ, ਪਰ ਇੱਕ ਡਾਕੂਮੈਂਟ ਬਣਾ ਲੈਂਦਾ ਹੈ ਕਿ ਮੈਂ ਇਸ ਮਕਾਨ ਦਾ ਮਾਲਿਕ ਹਾਂ, ਜਾਂ ਕਿਸੇ ਕੰਟਰੈਕਟ ਵਿੱਚ ਐਂਟਰ ਕਰਨ ਵਾਸਤੇ ਕੋਈ ਡਾਕੂਮੈਂਟ ਬਣਾ ਲੈਂਦਾ, ਤਾਂ ਇਹ ਸਭ ਨੂੰ ਫੋਰਜਰੀ ਕਿਹਾ ਜਾਂਦਾ। ਮੰਨ ਲਓ A ਨੇ B ਨੂੰ ਪ੍ਰੋਮਿਸਰੀ ਨੋਟ ਲਿਖ ਕੇ ਦਿੱਤਾ 10,000 ਰੁਪਏ ਦਾ, ਤਾਂ B ਨੇ ਇੱਕ ਜ਼ੀਰੋ ਵਧਾ ਕੇ 1 ਲੱਖ ਰੁਪਏ ਕਰ ਦਿੱਤਾ, ਇਹ ਫੋਰਜਰੀ ਮੰਨਿਆ ਜਾਵੇਗਾ। ਹੁਣ ਗੱਲ ਕਰਾਂਗੇ IPC ਦੀ ਧਾਰਾ 464 ਦੇ ਤਹਿਤ ਕੋਈ ਝੂਠਾ ਦਸਤਾਵੇਜ਼ ਬਣਾਉਣਾ, ਕੋਈ ਝੂਠਾ ਡਾਕੂਮੈਂਟ ਬਣਾਉਣਾ। ਮੰਨ ਲਓ ਤੁਹਾਡੀ ਕੋਈ ਸੀਲ ਨਹੀਂ, ਕਿਸੇ ਹੋਰ ਦੀ ਸੀਲ ਹੈ, ਉਸ ਦੀ ਵਰਤੋਂ ਕਰਕੇ ਕੋਈ ਨਕਲੀ ਡਾਕੂਮੈਂਟ ਤਿਆਰ ਕੀਤਾ ਜਾਂਦਾ ਹੈ। ਮੰਨ ਲਓ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਇੱਕ ਕਲਰਕ ਹੈ, ਉਸ ਦੇ ਬੌਸ ਨੇ ਉਸ ਨੂੰ ਅਥਾਰਟੀ ਦਿੱਤੀ ਹੋਈ ਹੈ ਕਿ ਉਸ ਨੂੰ ਪੇਮੈਂਟ ਕਿਸੇ ਨੂੰ ਦੇਣ ਵਾਸਤੇ 10,000 ਰੁਪਏ ਤੱਕ ਅਲਾਉ ਕੀਤਾ ਹੋਇਆ ਵੀ ਤੂੰ 10,000 ਰੁਪਏ ਤੱਕ ਚੈੱਕ 'ਤੇ ਸਿਗਨੇਚਰ ਕਰ ਸਕਦਾ। ਉਸ ਕਲਰਕ ਨੇ 50,000 ਰੁਪਏ ਦੇ ਚੈੱਕ 'ਤੇ ਸਿਗਨੇਚਰ ਕਰਕੇ ਦੇ ਦਿੱਤੇ ਕਿਸੇ ਨੂੰ, ਇਸ ਨੂੰ ਫੋਰਜਰੀ ਮੰਨਿਆ ਜਾਵੇਗਾ। ਬਿਲਕੁਲ ਅਸਲ ਦੀ ਤਰ੍ਹਾਂ ਝੂਠਾ ਡਾਕੂਮੈਂਟ ਬਣਾਉਣਾ IPC ਦੀ ਧਾਰਾ 464 ਦੇ ਤਹਿਤ ਅਪਰਾਧ ਮੰਨਿਆ ਜਾਂਦਾ। ਹਰ ਚੀਜ਼ ਨੂੰ ਸਾਬਤ ਕਰਨ ਵਾਸਤੇ ਡਾਕੂਮੈਂਟ ਦੀ ਲੋੜ ਹੁੰਦੀ ਹੈ। ਮੰਨ ਲਓ ਤੁਹਾਡੀ ਕੋਈ ਪ੍ਰਾਪਰਟੀ ਹੈ, ਉਸ ਨੂੰ ਆਪਾਂ ਕਹਿ ਦਈਏ ਕਿ ਮੇਰੀ ਪ੍ਰਾਪਰਟੀ ਹੈ, ਕਹਿਣ ਨਾਲ ਸਾਬਤ ਨਹੀਂ ਹੁੰਦਾਗਾ। ਉਸ ਨੂੰ ਸਾਬਤ ਕਰਨ ਵਾਸਤੇ ਡਾਕੂਮੈਂਟ ਤੁਹਾਡੇ ਨਾਂ 'ਤੇ ਹੋਣੇ ਜ਼ਰੂਰੀ ਹੈ। ਪ੍ਰਾਪਰਟੀ ਦੇ ਜਿਹੜੇ ਡਾਕੂਮੈਂਟ ਤੁਹਾਡੇ ਨਾਂ 'ਤੇ ਹੋਣੇ ਜ਼ਰੂਰੀ ਹੈ। ਪ੍ਰਾਪਰਟੀ ਦੇ ਡਾਕੂਮੈਂਟ ਹੀ ਸਾਬਤ ਕਰ ਸਕਦੇ ਆ ਕਿ ਇਹ ਤੁਹਾਡੀ ਪ੍ਰਾਪਰਟੀ ਹੈ। ਜਿਵੇਂ ਕੋਈ ਡਰਾਈਵਿੰਗ ਲਾਇਸੈਂਸ ਹੈ, ਜੇ ਤਾਂ ਮਤਲਬ ਆਪਾਂ ਸਹੀ ਜਗ੍ਹਾ ਤੋਂ ਬਣਵਾ ਲੈਂਦੇ ਹਾਂ ਅਸਲੀ, ਤਾਂ ਅਸਲੀ ਹੈ। ਜੇ ਕਿਸੇ ਨੇ ਕੋਈ ਮੰਨ ਲਓ ਨਕਲੀ ਮੋਹਰ ਲਗਾ ਕੇ ਬਣਾ ਦਿੱਤਾ, ਅਸਲ ਦੀ ਤਰ੍ਹਾਂ ਲੱਗਦਾ, ਜਿਵੇਂ ਕੋਈ ਨਕਲੀ ਬਣਾ ਦਿੰਦਾ, ਕੋਈ ਨਕਲੀ ਤਿਆਰ ਕਰ ਦਿੰਦਾ, ਜਿਵੇਂ ਕੋਈ ਸਰਟੀਫਿਕੇਟ ਹੈ, ਨਕਲੀ ਮੋਹਰ ਲਗਾ ਕੇ ਅਸਲ ਦੀ ਤਰ੍ਹਾਂ ਤਿਆਰ ਕਰ ਦਿੰਦਾ ਹੈ, ਕੋਈ ਝੂਠਾ ਇਲੈਕਟ੍ਰੋਨਿਕ ਰਿਕਾਰਡ ਬਣਾ ਦਿੱਤਾ ਜਾਂਦਾ ਹੈ। ਇਸ ਨੀਅਤ ਨਾਲ ਬਣਾਇਆ ਜਾਂਦਾ ਹੈ ਕਿ ਖੁਦ ਨੂੰ ਜਾਂ ਕਿਸੇ ਨੂੰ ਫਾਇਦਾ ਪਹੁੰਚਾ ਸਕੇ। ਜਿਵੇਂ ਕਿਸੇ ਨੇ ਇਸ ਤਰ੍ਹਾਂ ਡਾਕੂਮੈਂਟ ਤਿਆਰ ਕਰ ਲਿਆ ਜਿਸ ਨੂੰ ਕਿਸੇ ਸਰਕਾਰੀ ਆਫਿਸ ਦੇ ਵਿੱਚ ਪੇਸ਼ ਕੀਤਾ ਜਾ ਸਕੇ ਜਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕੇ, ਕੋਈ ਫਾਇਦਾ ਲਿਆ ਜਾ ਸਕੇ, ਤਾਂ ਉਹ ਝੂਠਾ ਡਾਕੂਮੈਂਟ ਬਣਾ ਕੇ IPC ਦੀ ਧਾਰਾ 464 ਦਾ ਅਪਰਾਧ ਕਰ ਰਿਹਾ। ਇਸ ਤਰ੍ਹਾਂ ਦਾ ਡਾਕੂਮੈਂਟ ਤਿਆਰ ਕੀਤਾ, ਇਸ ਤਰ੍ਹਾਂ ਦੀ ਮੋਹਰ ਲਗਾਈ ਜਿਵੇਂ ਅਸਲ ਡਾਕੂਮੈਂਟ ਲੱਗੇ ਪਰ ਅਸਲ ਵਿੱਚ ਨਕਲੀ ਹੈ, ਤਾਂ ਫੋਰਜਰੀ ਕਰਕੇ ਉਸਨੇ ਡਾਕੂਮੈਂਟ ਬਣਾ ਲਿਆ, ਤਾਂ IPC ਦੀ ਧਾਰਾ 464 ਦੇ ਤਹਿਤ ਅਪਰਾਧ ਮੰਨਿਆ ਜਾਵੇਗਾ। ਕਿਸੇ ਦੀ ਪ੍ਰਾਪਰਟੀ ਨੂੰ ਹਾਸਲ ਕਰਨ ਵਾਸਤੇ ਨਕਲੀ ਮੋਹਰ ਬਣਾ ਕੇ ਵਸੀਅਤ ਬਣਾ ਲਈ, ਤਾਂ ਇਸ ਨੂੰ ਫੋਰਜਰੀ ਮੰਨਿਆ ਜਾਏਗਾ। ਜਿਵੇਂ ਕੋਈ ਮੈਡੀਕਲ ਸਰਟੀਫਿਕੇਟ ਹੈ, ਕਿਸੇ ਨੇ ਬਣਾ ਦਿੱਤਾ ਜੋ ਕੁਆਲੀਫਾਈਡ ਨਹੀਂ ਹੈ, ਕਿਸੇ ਨੇ ਫਰਜ਼ੀ ਡਾਕਟਰ ਦੀ ਮੋਹਰ ਬਣਾ ਕੇ, ਫਰਜ਼ੀ ਲੈਟਰ ਪੈਡ ਬਣਾ ਕੇ ਡਾਕਟਰ ਦੇ ਨਾਮ ਤੇ ਮੈਡੀਕਲ ਸਰਟੀਫਿਕੇਟ ਤਿਆਰ ਕਰ ਦਿੱਤਾ, ਦੇਖਣ 'ਚ ਅਸਲ ਲੱਗ ਰਿਹਾ ਪਰ ਨਕਲੀ ਹੈ। IPC ਦੀ ਧਾਰਾ 464 ਦੇ ਤਹਿਤ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਮੰਨ ਲਓ ਕੋਈ ਕੰਪਿਊਟਰ ਦੇ ਵਿੱਚ ਡਾਕੂਮੈਂਟ ਐਡਿਟ ਕਰਕੇ ਝੂਠਾ ਡਾਕੂਮੈਂਟ ਬਣਾਉਂਦਾ ਹੈ, ਕੋਈ ਆਧਾਰ ਕਾਰਡ ਹੈ ਉਸ 'ਚ ਕੋਈ ਬਦਲਾਅ ਕਰ ਰਿਹਾ ਹੈ, ਕੋਈ ਸਰਟੀਫਿਕੇਟ ਹੈ ਉਸ 'ਚ ਕੋਈ ਬਦਲਾਅ ਕਰ ਰਿਹਾ ਹੈ, ਜਿਵੇਂ ਕੋਈ ਵਸੀਅਤ 'ਚ ਕੋਈ ਬਦਲਾਅ ਕਰ ਲੈਂਦਾ ਹੈ। ਇੱਕ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ABC 3 ਭਰਾ ਹੈ, D ਨਾਂ ਦਾ ਵਿਅਕਤੀ ਹੈ ਜਿਹੜਾ ਉਹਨਾਂ ਦਾ ਪਿਤਾ ਹੈ। D ਨੇ ਆਪਣੇ ਵਸੀਅਤ ਦੇ ਵਿੱਚ ਪ੍ਰਾਪਰਟੀ ਤਿੰਨਾਂ ਦੇ ਨਾਂ ਕਰਤੀ, ਤਿੰਨਾਂ ਦੇ ਨਾਂ ਬਰਾਬਰ ਲਿਖਤੀ। A ਤੇ B ਨੇ ਕੀ ਕੀਤਾ, C ਦਾ ਨਾਮ ਉਸ 'ਚੋਂ ਮਿਟਾਤਾ, ਇਹ ਫੋਰਜਰੀ ਮੰਨਿਆ ਜਾਏਗਾ। ਕੋਈ ਅਨਸਾਊਂਡ ਮਾਈਂਡ ਹੈ ਜਾਂ ਨਸ਼ੇ ਦੀ ਹਾਲਤ 'ਚ ਹੈ, ਜੇ ਕੋਈ ਵਿਅਕਤੀ ਉਸ ਤੋਂ ਸਿਗਨੇਚਰ ਕਰਵਾ ਲੈਂਦਾ ਹੈ ਜਾਂ ਕੋਈ ਮੋਹਰ ਲਗਵਾ ਲੈਂਦਾ ਹੈ, ਕੋਈ ਡਾਕੂਮੈਂਟ ਬਣਵਾ ਲੈਂਦਾ ਹੈ, ਕੋਈ ਕਿਸੇ ਡਾਕੂਮੈਂਟ 'ਚ ਬਦਲਾਵ ਕਰਵਾ ਲੈਂਦਾ ਹੈ, ਤਾਂ ਇਹ ਵੀ ਫੋਰਜਰੀ ਮੰਨੀ ਜਾਵੇਗੀ। IPC ਦੀ ਧਾਰਾ 464 ਦੇ ਤਹਿਤ ਫੋਰਜਰੀ ਮੰਨਿਆ ਜਾਏਗਾ। ਅਨਸਾਊਂਡ ਮਾਈਂਡ ਹੈ, ਉਹਨੂੰ ਨਹੀਂ ਪਤਾਗਾ, ਮੰਨ ਲਓ ਕੋਈ ਨਸ਼ੇ ਦੀ ਹਾਲਤ 'ਚ ਹੈ, ਨਸ਼ੇ ਦੀ ਹਾਲਤ ਵਿੱਚ ਕੋਈ ਵਿਅਕਤੀ ਸਿਗਨੇਚਰ ਕਰਵਾ ਲੈਂਦਾ, ਉਸ ਤੋਂ ਕੋਈ ਮੋਹਰ ਲਗਵਾ ਲੈਂਦਾ, ਕੋਈ ਡਾਕੂਮੈਂਟ ਦੇ ਵਿੱਚ ਕੋਈ ਬਦਲਾਵ ਕਰਵਾ ਲੈਂਦਾ, ਇਸ ਨੂੰ ਫੋਰਜਰੀ ਮੰਨਿਆ ਜਾਊਗਾ। ਮੰਨ ਲਓ ਕੋਈ ਵਿਅਕਤੀ
ਮਕਾਨ ਦਾ ਮਾਲਕ ਨਹੀਂ ਹੈ, ਲੇਕਿਨ ਇੱਕ ਡਾਕੂਮੈਂਟ ਬਣਾ ਲੈਂਦਾ ਹੈ ਕਿ ਇਸ ਮਕਾਨ ਦਾ ਮਾਲਕ ਹਾਂ। ਕੋਈ ਵਿਅਕਤੀ ਪ੍ਰਾਪਰਟੀ ਦਾ ਮਾਲਕ ਉਸ ਨੂੰ ਬੇਦਖਲ ਕਰਨ ਵਾਸਤੇ ਝੂਠਾ ਡਾਕੂਮੈਂਟ ਬਣਾ ਰਿਹਾ ਹੈ ਜਾਂ ਕਿਸੇ ਕੰਟਰੈਕਟ ਵਿੱਚ ਐਂਟਰ ਕਰਨ ਵਾਸਤੇ ਕੋਈ ਡਾਕੂਮੈਂਟ ਬਣਾ ਰਿਹਾ ਹੈ, ਤਾਂ ਇਹ ਸਭ ਨੂੰ ਫੋਰਜਰੀ ਕਿਹਾ ਜਾਂਦਾ ਹੈ। ਹੁਣ ਸਜ਼ਾ ਦੀ ਗੱਲ ਕਰਾਂਗੇ। ਇਸ 'ਚ ਸਜ਼ਾ ਕੀ ਹੈ? ਆਈਪੀਸੀ ਦੀ ਧਾਰਾ 465 ਦੇ ਤਹਿਤ 2 ਸਾਲ ਤੱਕ ਦੀ ਸਜ਼ਾ, ਜੁਰਮਾਨਾ ਜਾਂ ਦੋਨੋਂ ਹੋ ਸਕਦੇ ਆ। ਇਸੇ ਤਰ੍ਹਾਂ ਕਿਸੇ ਸਰਕਾਰੀ ਦਫ਼ਤਰ ਦਾ ਰਿਕਾਰਡ ਜਾਂ ਅਦਾਲਤ ਦਾ ਕੋਈ ਰਿਕਾਰਡ ਫਰਜ਼ੀ ਬਣਾਉਂਦਾ ਹੈ ਤਾਂ ਉਸ ਨੂੰ ਆਈਪੀਸੀ ਦੀ ਧਾਰਾ 466 ਦੇ ਤਹਿਤ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜਿਵੇਂ ਕੋਰਟ ਦੇ ਵਿੱਚ ਕੋਈ ਮੁਕੱਦਮਾ ਚੱਲਿਆ ਹੀ ਨਹੀਂ, ਕੋਰਟ ਦੀ ਕੋਈ ਜੱਜਮੈਂਟ ਆਈ ਹੀ ਨਹੀਂ, ਕਿਸੇ ਮੁਕੱਦਮੇ ਦੀ ਕੋਈ ਫਰਜ਼ੀ ਜੱਜਮੈਂਟ ਬਣਾ ਲੈਂਦਾ ਹੈ, ਕੋਰਟ ਨੇ ਕੋਈ ਡਾਕੂਮੈਂਟ ਇਸ਼ੂ ਕੀਤਾ ਹੀ ਨਹੀਂ, ਜਾਰੀ ਕੀਤਾ ਹੀ ਨਹੀਂ ਹੈ। ਜਿਵੇਂ ਕੋਈ ਮੁਕੱਦਮਾ ਦਰਜ ਹੀ ਨਹੀਂ ਸੀ, ਉਸ ਦਾ ਆਰਡਰ ਫਰਜ਼ੀ ਬਣਾ ਲਿਆ, ਫਰਜ਼ੀ ਮੋਹਰਾਂ ਲਾ ਲਈਆਂ, ਸਾਈਨ ਕਰ ਲਏ, ਜਾਂ ਕੋਈ ਪਬਲਿਕ ਸਰਵੈਂਟ ਦਾ ਰਿਕਾਰਡ ਹੈ, ਅਸਲੀ ਦੀ ਜਗ੍ਹਾ ਫਰਜ਼ੀ ਬਣਾ ਲਿਆ, ਜਿਸ ਨੂੰ ਵਰਤੋਂ ਕਰ ਲਿਆ। ਰਿਕਾਰਡ ਦੀ ਜਾਲਸਾਜ਼ੀ ਕਰਨਾ ਯਾਨੀ ਰਿਕਾਰਡ ਨੂੰ ਫਰਜ਼ੀ ਤਰੀਕੇ ਨਾਲ ਤਿਆਰ ਕਰਨਾ ਆਈਪੀਸੀ ਦੀ ਧਾਰਾ 466 ਦੇ ਤਹਿਤ ਕਾਰਵਾਈ ਹੁੰਦੀ ਹੈ, ਜਿਹਦੇ 'ਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮੰਨ ਲਓ ਕਿਸੇ ਦਾ ਤਲਾਕ ਦਾ ਮੁਕੱਦਮਾ ਚੱਲਦਾ ਹੀ ਨਹੀਂ, ਕਿਸੇ ਇੱਕ ਪਾਰਟੀ ਨੇ, ਚਾਹੇ ਉਹ ਲੜਕੀ ਹੋ ਸਕਦੀ ਹੈ ਜਾਂ ਲੜਕਾ ਹੋ ਸਕਦਾ ਹੈ, ਦੂਸਰਾ ਵਿਆਹ ਕਰਨ ਦੀ ਖਾਤਰ ਨਕਲੀ ਤਲਾਕ ਦਾ ਆਰਡਰ ਤਿਆਰ ਕਰਕੇ, ਨਕਲੀ ਅਦਾਲਤ ਦੀ ਮੋਹਰ ਲਗਾ ਕੇ, ਨਕਲੀ ਡਾਕੂਮੈਂਟ ਅਸਲੀ ਦੀ ਤਰ੍ਹਾਂ ਤਿਆਰ ਕਰ ਲਿਆ, ਉਸ ਤਲਾਕ ਦੇ ਡਾਕੂਮੈਂਟ ਨਾਲ ਆਪਣਾ ਦੂਸਰਾ ਵਿਆਹ ਕਰ ਲਿਆ, ਪਤਾ ਲੱਗਣ 'ਤੇ ਉਸ 'ਤੇ ਆਈਪੀਸੀ ਦੀ ਧਾਰਾ 466 ਦੇ ਤਹਿਤ ਕਾਰਵਾਈ ਹੋ ਸਕਦੀ ਹੈ। ਇਸੇ ਤਰ੍ਹਾਂ ਕਿਸੇ ਨੇ ਬਰਥ ਸਰਟੀਫਿਕੇਟ ਬਣਾ ਲਿਆ ਜਾਂ ਡੈਥ ਸਰਟੀਫਿਕੇਟ ਬਣਾ ਲਿਆ ਜਾਂ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਤਿਆਰ ਕਰ ਲਿਆ ਜੋ ਕਿ ਪਬਲਿਕ ਸਰਵੈਂਟ ਦੁਆਰਾ ਤਿਆਰ ਕੀਤਾ ਜਾਣਾ ਸੀ, ਤਿਆਰ ਕਰਕੇ ਇਸਤੇਮਾਲ ਵੀ ਕਰ ਲਿਆ। ਕੋਰਟ ਦਾ ਰਿਕਾਰਡ ਫਰਜ਼ੀ ਤਿਆਰ ਕਰਨਾ ਜਾਂ ਕੋਈ ਵੀ ਸਰਕਾਰੀ ਆਫਿਸ ਦਾ ਰਿਕਾਰਡ ਫਰਜ਼ੀ ਮੋਹਰ ਲਗਾ ਕੇ, ਫਰਜ਼ੀ ਦਸਤਖਤ ਕਰਕੇ ਤਿਆਰ ਕਰਨਾ ਆਈਪੀਸੀ ਦੀ ਧਾਰਾ 466 ਦੇ ਤਹਿਤ ਅਪਰਾਧ ਮੰਨਿਆ ਜਾਂਦਾ। ਪਬਲਿਕ ਰਜਿਸਟਰ ਜਿਵੇਂ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਇਸੇ ਤਰ੍ਹਾਂ ਜਿੰਨੇ ਵੀ ਕੋਰਟ ਦੇ ਨਾਲ ਸੰਬੰਧਿਤ ਜੋ ਡਾਕੂਮੈਂਟ ਹੈ ਜੋ ਇਸ਼ੂ ਕੀਤੇ ਜਾਂਦੇ ਆ, ਉਸ ਨੂੰ ਨਕਲੀ ਤਿਆਰ ਕਰਦਾ ਕੋਈ, ਇਸਤੇਮਾਲ ਕਰਦਾ ਹੈ, ਤਾਂ ਉਸ 'ਤੇ ਆਈਪੀਸੀ ਦੀ ਧਾਰਾ 466 ਦੇ ਤਹਿਤ ਕਾਰਵਾਈ ਹੁੰਦੀ ਹੈ। ਇਸੇ ਤਰ੍ਹਾਂ ਕੋਈ ਵਿਅਕਤੀ ਕਿਸੇ ਦੇ ਬਿਹਾਫ 'ਤੇ ਪਾਵਰ ਆਫ ਅਟਰਨੀ ਬਣਾ ਕੇ ਮੁਕੱਦਮਾ ਲੜ ਲੈਂਦਾ, ਪਰ ਉਹ ਪਾਵਰ ਆਫ ਅਟਰਨੀ ਦਿੱਤੀ ਨਹੀਂ ਹੁੰਦੀ, ਮਿਸਯੂਜ਼ ਕਰਕੇ ਇੱਕ ਤਰਫਾ ਕਰਵਾ ਦਿੰਦਾ। ਪਤਾ ਲੱਗਣ 'ਤੇ ਉਸ 'ਤੇ ਆਈਪੀਸੀ ਦੀ ਧਾਰਾ 466 ਦੇ ਤਹਿਤ ਕਾਰਵਾਈ ਹੋ ਸਕਦੀ ਹੈ। 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜੁਰਮਾਨਾ ਨਾਲ ਹੈ, ਨਾਨ ਅਵੇਲੇਬਲ ਅਫੈਂਸ ਹੈ। ਹੁਣ ਗੱਲ ਕਰਾਂਗੇ ਆਈਪੀਸੀ ਦੀ ਧਾਰਾ 467 ਦੀ, ਜਾਲਸਾਜ਼ੀ ਵੈਲਿਊਏਬਲ ਸਿਕਿਉਰਿਟੀ ਦੀ। ਇਸ ਵਿੱਚ ਪੈਸੇ ਨਾਲ ਜਿਹੜੇ ਰਿਲੇਟਡ ਡਾਕੂਮੈਂਟ ਹੁੰਦੇ ਆ, ਜੇ ਉਸ 'ਚ ਕੋਈ ਜਾਲਸਾਜ਼ੀ ਕਰਦਾ, ਧੋਖਾਧੜੀ ਕਰਦਾ, ਤਾਂ ਉਸ 'ਤੇ 467 ਦੇ ਤਹਿਤ ਕਾਰਵਾਈ ਹੁੰਦੀ ਹੈ। ਵੈਲਿਊਏਬਲ ਸਿਕਿਉਰਿਟੀ ਮਤਲਬ ਜਿਵੇਂ ਕੋਈ ਵਸੀਅਤ ਹੋ ਗਈ, ਕੋਈ ਚੈੱਕ ਹੋ ਗਿਆ। ਮੰਨ ਲਓ ਕਿਸੇ ਬੱਚੇ ਨੂੰ ਗੋਦ ਲਿਆ, ਕੁਝ ਸਮੇਂ ਬਾਅਦ ਉਸ ਦਾ ਆਪਣਾ ਬੱਚਾ ਹੋ ਗਿਆ, ਜੋ ਗੋਦ ਲਿਆ ਬੱਚਾ, ਜਿਸ ਨੇ ਗੋਦ ਲਿਆ ਹੋਇਆ, ਉਸ ਦੀ ਪ੍ਰਾਪਰਟੀ ਦਾ ਹੱਕਦਾਰ, ਜਿਹੜਾ ਗੋਦ ਲਿਆ ਬੱਚਾ ਹੈ ਉਹ ਉਹਦੀ ਪ੍ਰਾਪਰਟੀ ਦਾ ਹੱਕਦਾਰ ਹੋ ਜਾਂਦਾ। ਗੋਦ ਲਏ ਗਏ ਕਾਗਜ਼ਾਂ 'ਚ ਕੋਈ ਛੇੜਖਾਨੀ ਕਰਦਾ ਹੈ, ਜੋ ਅਡੋਪਸ਼ਨ ਵਾਲੇ ਡਾਕੂਮੈਂਟ ਹੈ ਗੋਦ ਲੈਣ ਵੇਲੇ ਜੋ ਬਣਾਏ ਗਏ ਸੀਗੇ, ਉਸ 'ਚ ਕੋਈ ਛੇੜਖਾਨੀ ਕਰਦਾ ਹੈ ਆਪਣੇ ਫਾਇਦੇ ਵਾਸਤੇ, ਤਾਂ ਉਸ 'ਤੇ 467 ਦੇ ਤਹਿਤ ਕਾਰਵਾਈ ਹੁੰਦੀ ਹੈ। 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੈ, ਨਾਲ ਜੁਰਮਾਨਾ ਹੈ, ਨਾਨ ਅਵੇਲੇਬਲ ਅਫੈਂਸ ਹੈ। ਕੋਈ ਐਗਰੀਮੈਂਟ ਦੇ ਵਿੱਚ ਜਾਲਸਾਜ਼ੀ ਕਰਕੇ ਸਿਗਨੇਚਰ ਕਰ ਦਿੰਦਾ, ਵਸੀਅਤ ਦੇ ਵਿੱਚੋਂ ਜਾਂ ਕੋਈ ਮਿਟਾ ਦਿੱਤਾ ਜਾਂਦਾ, ਕੋਈ ਬਦਲਾਅ ਕਰ ਦਿੱਤਾ ਜਾਂਦਾ ਜਾਲਸਾਜ਼ੀ ਕਰਕੇ। ਜੇ ਕੋਈ ਰਜਿਸਟਰੀ ਹੈ, ਰਜਿਸਟਰੀ ਨਕਲੀ ਬਣਾ ਲਈ ਜਾਂਦੀ ਹੈ, ਨਕਲੀ ਮੋਹਰ ਲਗਾ ਕੇ, ਸਿਗਨੇਚਰ ਕਰਕੇ, ਤਾਂ ਉਸ 'ਤੇ ਆਈਪੀਸੀ ਦੀ ਧਾਰਾ 467 ਦੇ ਤਹਿਤ ਕਾਰਵਾਈ ਹੋ ਸਕਦੀ ਹੈ, ਜਿਸ ਦੇ ਵਿੱਚ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੈ। ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ